Hello friends, welcome to on my YouTube channel Be Educational Winners। फ्रेंड्स ਅੱਜ ਅਸੀਂ ਮੋਸਟ ਇੰਪੋਰਟੈਂਟ ਟੌਪਿਕ ਜੋ ਵਰਲਡ ਹਿਸਟਰੀ ਦਾ ਹੈ ਪਹਿਲਾ ਵਿਸ਼ਵ ਯੁੱਧ ਜੋ ਕਿ 1914 ਤੋਂ 1918 ਈਸਵੀ ਤੱਕ ਦਾ ਇਸ ਦਾ ਟਾਈਮ ਹੈ। ਮੇਨ ਇੰਪੋਰਟੈਂਟ ਇਸ ਦੇ ਰੀਜ਼ਨਸ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ। ਪਾਰਟ 1 ਹੋਏਗਾ ਵਰਲਡ ਵਾਰ ਦੇ ਨਾਲ ਰਿਲੇਟਡ। ਸੋ ਫਰੈਂਡਸ ਸਾਰੇ ਹੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਵਿੱਚੋਂ ਕਾਫੀ ਕੁਐਸਚਨ ਪੁੱਛੇ ਜਾਂਦੇ ਹਨ ਇੰਪੋਰਟੈਂਟ ਵੇ ਦੇ ਨਾਲ। ਸੋ ਇਸ ਟੌਪਿਕ ਨੂੰ ਡੀਪਲੀ ਜਾਣਨ ਦੀ ਬਹੁਤ ਲੋੜ ਹੈ। ਵੈਰੀ ਇੰਪੋਰਟੈਂਟ ਵੇ ਦੇ ਨਾਲ ਅਸੀਂ ਕਰਾਂਗੇ। ਸੋ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ ਵਿਊ ਦੇ ਨਾਲ ਸਾਰਿਆਂ ਲਈ ਹੈਲਪਫੁਲ ਵੀਡੀਓ ਹੋਏਗੀ। ਜੇਕਰ ਚੈਨਲ 'ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਆਈਕਨ ਨੂੰ ਪ੍ਰੈਸ ਕਰ ਸਕਦੇ ਹੋ ਤਾਂ ਜੋ ਤੁਸੀਂ ਆਉਣ ਵਾਲੀ ਲੇਟੈਸਟ ਵੀਡੀਓ ਦੀ ਜੋ ਨੋਟੀਫਿਕੇਸ਼ਨ ਹੈ ਉਹ ਲੈ ਸਕੋ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਪਹਿਲਾ ਵਿਸ਼ਵ ਯੁੱਧ ਕਦੋਂ ਹੋਇਆ, ਕਿਸ ਨਾਲ ਹੋਇਆ ਤੇ ਇਸ ਦਾ ਓਵਰਵਿਊ ਲਈਏ ਤਾਂ ਇਹ 1914 ਤੋਂ ਲੈ ਕੇ 1918 ਈਸਵੀ ਤੱਕ ਲੜਿਆ ਜਾਣ ਵਾਲਾ ਤਿੰਨ ਮਹਾਦੀਪਾਂ ਦੇ ਵਿੱਚ ਯੂਰਪ, ਏਸ਼ੀਆ ਤੇ ਅਫਰੀਕਾ ਦੇ ਵਿੱਚ ਲੜਿਆ ਜਾਣ ਵਾਲਾ ਜਲ, ਥਲ ਤੇ ਆਕਾਸ਼ ਵਿੱਚ ਲੜਿਆ ਜਾਣ ਵਾਲਾ ਪਹਿਲਾ ਯੁੱਧ ਸੀ। ਇਸ ਦਾ ਜੇਕਰ ਅਸੀਂ ਸਮਾਂ ਦੇਖਿਆ ਜਾਵੇ ਕਿੰਨੇ ਮਹੀਨੇ ਯੁੱਧ ਲੜਿਆ ਗਿਆ, ਕਿੰਨੀ ਦੇਰ ਤੱਕ ਚੱਲਿਆ ਤਾਂ ਇਹ 52 ਮਹੀਨੇ ਯੁੱਧ ਚੱਲਿਆ ਜੋ ਕਿ ਸਮਾਂ ਬਹੁਤ ਜ਼ਿਆਦਾ ਸੀ। ਕਰੀਬ 4 ਸਾਲ ਇਹ ਯੁੱਧ ਚੱਲਿਆ। ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ ਤੁਸੀਂ ਇਸ ਨੂੰ ਯਾਦ ਰੱਖਣਾ ਹੈ ਤੇ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਜਾਨੀ ਮਾਲੀ ਨੁਕਸਾਨ ਵੀ ਹੋਇਆ। ਇਹ ਇੱਕ ਅਜਿਹਾ ਯੁੱਧ ਸੀ ਜਿਸ ਵਿੱਚ ਭਾਗ ਲੈਣ ਵਾਲੇ ਦੇਸ਼ਾਂ ਦੀ ਸੰਖਿਆ ਜਾਂ ਉਸਦਾ ਖੇਤਰ ਲਾ ਲਓ, ਇਸ ਵਿੱਚ ਹੋਏ ਨੁਕਸਾਨ ਦੇ ਅੰਕੜੇ ਕਰਕੇ ਹੀ ਇਸ ਨੂੰ ਪਹਿਲਾ ਵਿਸ਼ਵ ਯੁੱਧ ਕਿਹਾ ਗਿਆ ਹੈ। ਸੋ 52 ਮਹੀਨੇ ਤੱਕ ਚੱਲਿਆ, ਪਰ ਉਸ ਸਮੇਂ ਦੇ ਜੋ ਲੋਕ ਸਨ, ਉਸ ਸਮੇਂ ਦੀ ਜੋ ਪੀੜ੍ਹੀ ਸੀ ਉਸ ਦੇ ਲਈ ਇੱਕ ਜੀਵਨ ਦ੍ਰਿਸ਼ਟੀ ਬਦਲ ਦੇਣ ਵਾਲਾ ਅਨੁਭਵ ਸੀ ਕਿਉਂਕਿ ਇੰਨੇ ਜ਼ਿਆਦਾ ਲੋਕ ਹਿੰਸਾ ਦੀ ਲਪੇਟ ਵਿੱਚ ਇਸ ਯੁੱਧ ਦੇ ਨਾਲ ਆ ਗਏ। ਇਸ ਦੌਰਾਨ ਜੋ ਹੈ ਯੁੱਧ ਦੇ ਲੱਖਾਂ ਕਰੋੜਾਂ ਹੀ ਜਾਨਾਂ ਗਈਆਂ। ਸੋ ਜੇਕਰ ਅਸੀਂ ਗੱਲ ਕਰੀਏ ਕਿੰਨੇ ਲੋਕਾਂ ਦੀਆਂ ਜਾਨਾਂ ਗਈਆਂ ਤਾਂ ਲਗਭਗ 1 ਕਰੋੜ 70 ਲੱਖ ਜਾਨਾਂ ਗਈਆਂ, ਜਿਸ ਦੇ ਵਿੱਚੋਂ 1 ਕਰੋੜ 10 ਲੱਖ ਤਾਂ ਸਿਰਫ ਆਮ ਲੋਕ ਹੀ ਸਨ। 60 ਲੱਖ ਦੇ ਕਰੀਬ ਜੋ ਆਰਮੀ ਸੈਨਿਕ ਸਨ। 2 ਕਰੋੜ ਲੋਕ ਉਹ ਸਨ ਜੋ ਕਿ ਇਸ ਯੁੱਧ ਦੇ ਵਿੱਚ ਜ਼ਖਮੀ ਹੋ ਗਏ ਕਿਉਂਕਿ ਜ਼ਖਮੀ ਹੋਇਆਂ ਦੀ ਜੋ ਗਿਣਤੀ ਹੈ ਉਹ ਮਰੇ ਵਿਅਕਤੀਆਂ ਦੀ ਸੰਖਿਆ ਨਾਲੋਂ ਦੁੱਗਣੀ ਹੋ ਗਈ ਸੀ। ਸੋ ਬਹੁਤ ਹੀ ਜ਼ਿਆਦਾ ਇਹ ਭਿਆਨਕ ਜੋ ਯੁੱਧ ਦੇ ਵਿੱਚ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ। ਇਸ ਤੋਂ ਬਾਅਦ ਵੀ ਲੋਕੀ ਕਾਫੀ ਜੋ ਹਨ ਉਹ ਬਹੁਤ ਜ਼ਿਆਦਾ ਉਹਨਾਂ ਨੇ ਪ੍ਰੋਬਲਮ ਫੇਸ ਕੀਤੀਆਂ। ਬਿਮਾਰੀ ਫੈਲ ਗਈ, ਕੁਪੋਸ਼ਣ ਫੈਲ ਗਿਆ, ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ। ਸੋ ਯੁੱਧ ਖਤਮ ਹੁੰਦੇ ਹੁੰਦੇ ਜਿਹੜੇ ਦੇਸ਼ ਤਹਿਸ ਨਹਿਸ ਹੋ ਗਏ ਉਸ ਦੇ ਵਿੱਚ ਜਰਮਨੀ, ਆਸਟਰੀਆ, ਹੰਗਰੀ, ਉਸਮਾਨੀਆ ਇਹ ਬਿਲਕੁਲ ਸਮਾਪਤ ਹੋ ਗਏ ਦੇਸ਼ ਸਨ ਜਿਨ੍ਹਾਂ ਦਾ ਬਹੁਤ ਜ਼ਿਆਦਾ ਇਸ ਯੁੱਧ ਦੇ ਵਿੱਚ ਨੁਕਸਾਨ ਹੋਇਆ। ਇਸ ਤੋਂ ਬਾਅਦ ਹੀ ਫਿਰ ਬਾਅਦ ਵਿੱਚ ਯੂਰਪ ਦੀਆਂ ਸੀਮਾਵਾਂ ਜੋ ਹਨ ਉਹ ਨਿਰਧਾਰਿਤ ਕਰ ਦਿੱਤੀਆਂ ਜਾਂਦੀਆਂ ਹਨ ਤੇ ਅਮਰੀਕਾ ਜੋ ਹੈ ਇੱਕ ਸੁਪਰ ਪਾਵਰ ਬਣ ਕੇ, ਇੱਕ ਮੇਨ ਸ਼ਕਤੀ ਬਣ ਕੇ ਜੋ ਹੈ ਉਹ ਸਾਹਮਣੇ ਆਉਂਦਾ ਹੈ। ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ ਇਹ ਸਾਰਾ ਹੀ ਅਸੀਂ ਜੋ ਪਹਿਲਾ ਵਿਸ਼ਵ ਯੁੱਧ ਹੈ ਇਸ ਦੇ ਰੀਜ਼ਨ ਨੂੰ ਜਾਣਨਾ ਹੈ। ਇੱਕ ਓਵਰਵਿਊ ਤੋਂ ਤੁਸੀਂ ਸਮਝ ਚੁੱਕੇ ਹੋਵੋਗੇ ਇੰਨੀ ਜੋ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਦੇ ਵਿੱਚ ਆਪਣੀਆਂ ਜਾਨਾਂ ਗਵਾਈਆਂ, ਇਸ ਦਾ ਖੇਤਰ ਇੰਨਾ ਵੱਡਾ ਸੀ, ਲੋਕਾਂ ਦੀ ਸੰਖਿਆ ਇਸ ਵਿੱਚ ਇੰਨੀ ਸੀ ਤੇ ਇਸ ਨੂੰ ਜੋ ਹੈ ਗ੍ਰੇਟ ਵਾਰ ਤੇ ਗਲੋਬਲ ਵਾਰ ਵੀ ਕਿਹਾ ਜਾਂਦਾ ਹੈ। ਜੇਕਰ ਅਸੀਂ ਦੇਖਿਆ ਜਾਵੇ ਕਿੰਨੇ ਦੇਸ਼ਾਂ ਨੇ ਇਸ ਵਿੱਚ ਭਾਗ ਲਿਆ ਤਾਂ ਕਰੀਬ 37 ਦੇਸ਼ ਸਨ ਜਿਨ੍ਹਾਂ ਨੇ ਇਸ ਵਿੱਚ ਭਾਗ ਲਿਆ ਤੇ ਇਹ ਗ੍ਰੇਟ ਵਾਰ ਤੇ ਗਲੋਬਲ ਵਾਰ ਦੇ ਨਾਲ ਇਹ ਪਹਿਲਾ ਵਿਸ਼ਵ ਯੁੱਧ ਜੋ ਹੈ ਉਹ ਜਾਣਿਆ ਜਾਂਦਾ ਹੈ। ਸੋ ਇਸ ਦੇ ਇੰਪੋਰਟੈਂਟ ਅਸੀਂ ਸਾਰੇ ਜੋ ਕਾਰਨ ਕਰਾਂਗੇ ਜਿਸ ਨੂੰ ਕਿ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਸਮਝਣਾ ਵੀ ਬਹੁਤ ਇੰਪੋਰਟੈਂਟ ਹੈ ਤੇ ਇਸ ਟੌਪਿਕ ਦੀ ਅੰਡਰਸਟੈਂਡਿੰਗ ਦੇ ਲਈ ਵੀ ਸਮਝਣਾ ਬਹੁਤ ਇੰਪੋਰਟੈਂਟ ਹੈ। ਸਭ ਤੋਂ ਪਹਿਲਾ ਕਾਰਨ ਦੇਖਿਆ ਜਾਵੇ ਤਾਂ ਯੂਰਪ ਦੇ ਵਿੱਚ ਜੋ ਹੈ ਯੂਰਪੀ ਸ਼ਕਤੀਆਂ ਜਿੰਨੀਆਂ ਵੀ ਸਨ ਉਹਨਾਂ ਦਾ ਆਪਸ ਦੇ ਵਿੱਚ ਸੰਤੁਲਨ ਵਿਗੜ ਗਿਆ ਸੀ। ਸੰਤੁਲਨ ਕਿਵੇਂ ਵਿਗੜ ਗਿਆ ਸੀ ਕਿਉਂਕਿ ਜਦੋਂ ਇੱਕ ਦੇਸ਼ ਜੋ ਹੈ ਕੋਈ ਵੀ ਸਟੈਪ ਚੱਕ ਕੇ ਦੂਜੇ ਦੇਸ਼ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ ਤਾਂ ਉਹ ਆਟੋਮੈਟਿਕਲੀ ਜੋ ਇੱਕ ਬੈਲੈਂਸ ਉਹਨਾਂ ਦੇ ਜੋ ਬਾਉਂਡਿੰਗ ਦੇ ਵਿੱਚ ਚੱਲ ਰਿਹਾ ਹੁੰਦਾ ਹੈ ਤਾਂ ਉਹ ਬਿਲਕੁਲ ਹੀ ਹਿੱਲ ਜਾਂਦਾ ਹੈ ਕਿ ਇੱਕ ਦੇਸ਼ ਸਾਡੇ ਤੋਂ ਕਿਤੇ ਅੱਗੇ ਨਾ ਨਿਕਲ ਜਾਵੇ। ਸੋ ਦੁਨੀਆ ਵਿੱਚ ਲੜਿਆ ਜਾਣ ਵਾਲਾ ਸਭ ਤੋਂ ਪਹਿਲਾ ਯੁੱਧ ਸੀ ਤੇ ਇਸ ਦੇ ਵਿੱਚ ਯੂਰਪੀ ਸ਼ਕਤੀਆਂ ਦਾ ਸੰਤੁਲਨ ਵਿਗੜਨਾ ਸਭ ਤੋਂ ਮੇਨ ਰੀਜ਼ਨ ਸੀ। ਜੇਕਰ ਅਸੀਂ ਗੱਲ ਕਰੀਏ ਤਾਂ ਉਸ ਸਮੇਂ ਜਰਮਨੀ ਬਹੁਤ ਹੀ ਇੰਪੋਰਟੈਂਟ, ਬਹੁਤ ਹੀ ਪਾਵਰਫੁਲ ਦੇਸ਼ ਸੀ ਉਸ ਸਮੇਂ ਕਿਉਂਕਿ ਜਰਮਨੀ ਦੇ ਕੋਲ ਬਹੁਤ ਜ਼ਿਆਦਾ ਪਰਮਾਣੂ ਹਥਿਆਰ, ਇਲੈਕਟ੍ਰੋਨਿਕ ਟੈਕਨੋਲੋਜੀ ਦੇ ਜੋ ਉਸ ਦੇ ਕੋਲ ਅਸਤਰ ਸ਼ਸਤਰ ਸਨ, ਸਭ ਕੁਛ ਵਧੀਆ ਸੀ ਤੇ ਜਰਮਨੀ ਪਰ ਰਾਜਨੀਤੀ ਦੇ ਵਿੱਚ ਬਾਅਦ ਵਿੱਚ ਆਇਆ, ਸਭ ਤੋਂ ਬਾਅਦ ਵਿੱਚ, ਠੀਕ ਹੈ। ਸੋ ਇਸ ਦਾ ਏਕੀਕਰਨ ਸ਼ੁਰੂ ਹੋ ਗਿਆ ਸੀ ਜਿਸ ਦੇ ਵਿੱਚ ਮੇਨ ਰੋਲ ਕਿਸ ਦਾ ਹੁੰਦਾ ਹੈ ਜਰਮਨੀ ਦੇ ਏਕੀਕਰਨ ਦੇ ਵਿੱਚ ਬਿਸਮਾਰਕ। ਬਹੁਤ ਹੀ ਇੰਪੋਰਟੈਂਟ ਨਾਂ ਹੈ, ਤੁਸੀਂ ਯਾਦ ਰੱਖਣਾ ਹੈ। ਬਿਸਮਾਰਕ ਦਾ ਮੇਨ ਰੋਲ ਹੁੰਦਾ ਹੈ ਜਰਮਨੀ ਦੇ ਏਕੀਕਰਨ ਦੇ ਵਿੱਚ
ਤੇ ਇਹ ਏਕੀਕਰਨ ਤੋਂ ਭਾਵ ਹੈ ਇੱਕ ਸਮੂਹ ਦੇ ਵਿੱਚ ਇੱਕ ਏਕਤਾ ਦੀ ਭਾਵਨਾ, ਜੋ ਕਿ ਬਿਸਮਾਰਕ ਨੇ ਇਸ ਦੇ ਵਿੱਚ ਮੇਨ ਰੋਲ ਅਦਾ ਕੀਤਾ। ਠੀਕ ਹੈ, ਸੋ ਬਾਕੀ ਜਿਹੜੇ ਦੇਸ਼ ਸਨ ਇੰਗਲੈਂਡ, ਫਰਾਂਸ, ਪੁਰਤਗਾਲ, ਇਹਨਾਂ ਸਾਰਿਆਂ ਦਾ ਹੀ ਜੋ ਹੈ ਜੋ ਜਰਮਨੀ ਦੀ ਵੱਧਦੀ ਸ਼ਕਤੀ ਨੂੰ ਦੇਖ ਕੇ, ਉਸਨੂੰ ਰਾਜਨੀਤੀ ਵਿੱਚ ਆਉਂਦਿਆਂ ਦੇਖ ਕੇ, ਉਹਨਾਂ ਸਾਰਿਆਂ ਨੇ ਹੀ ਜੋ ਹੈ ਇਸ ਦੇ ਵਿੱਚ ਆਪਣਾ ਅਪਮਾਨ ਸਮਝਿਆ। ਉਹਨਾਂ ਦੇ ਨਾਲ ਹੀ ਥੋੜ੍ਹੀ ਬਹੁਤੀ ਜੋ ਹੈ ਜੋ ਲਾਗ ਡਾਟ ਹੋਣੀ ਦੂਜੇ ਦੇਸ਼ਾਂ ਦੇ ਨਾਲ ਸ਼ੁਰੂ ਹੋ ਗਈ ਸੀ। ਠੀਕ ਹੈ, ਸੋ ਕੋਈ ਵੀ ਦੇਸ਼ ਆਪਣੇ ਤੋਂ ਅੱਗੇ ਕਿਸੇ ਦੇਸ਼ ਨੂੰ ਨਿਕਲਦਾ ਦੇਖ ਨਹੀਂ ਸਕਦਾ ਸੀ ਉਸ ਸਮੇਂ। ਸੋ ਇਸ ਤਰ੍ਹਾਂ ਜਦੋਂ ਜਰਮਨੀ ਜੋ ਹੈ ਉਹ ਏਕੀਕਰਨ ਦੇ ਰਾਹ ਵਿੱਚ ਤੁਰ ਪੈਂਦੀ ਹੈ, ਰਾਜਨੀਤੀ ਦੇ ਵਿੱਚ ਪੈਰ ਰੱਖ ਲੈਂਦੀ ਹੈ, ਤਾਂ ਇਹ ਸਾਰੀ ਉਥਲ ਪੁਥਲ ਜੋ ਯੂਰਪ ਦੇ ਵਿੱਚ ਸ਼ਕਤੀਆਂ ਦੇ ਵਿੱਚ ਸੰਤੁਲਨ ਵਿਗੜਨਾ ਜੋ ਹੈ ਉਹ ਸ਼ੁਰੂ ਹੋ ਜਾਂਦਾ ਹੈ। ਸੋ ਇਹ ਪਹਿਲੇ ਵਿਸ਼ਵ ਯੁੱਧ ਦਾ ਮੇਨ ਜੋ ਹੈ ਰੀਜ਼ਨ ਬਣਦਾ ਹੈ। ਉਸ ਤੋਂ ਬਾਅਦ ਗੁਪਤ ਸੰਧੀਆਂ ਦਾ ਦੌਰ ਚੱਲ ਪੈਂਦਾ ਹੈ, ਗੁੱਟਾਂ ਦਾ ਨਿਰਮਾਣ ਹੋ ਜਾਂਦਾ ਹੈ, ਜਿਸ ਦੇ ਨਾਲ ਵੀ ਕੀ ਹੁੰਦਾ ਹੈ, ਪਹਿਲਾ ਵਿਸ਼ਵ ਯੁੱਧ ਹੁੰਦਾ ਹੈ। ਜਦੋਂ ਗੁੱਟ ਬਣਨ ਲੱਗ ਜਾਂਦੇ ਹਨ, ਇੱਕ ਦੂਜੇ ਦਾ ਦੇਸ਼ਾਂ ਨੂੰ ਸਾਥ ਮਿਲਣ ਲੱਗ ਜਾਂਦਾ ਹੈ, ਜਦੋਂ ਵੀ ਕੋਈ ਆਪਦਾ ਆਉਂਦੀ ਹੈ, ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ, ਤਾਂ ਯੁੱਧ ਦਾ ਐਲਾਨ ਇਵੇਂ ਹੋ ਜਾਂਦਾ ਹੈ ਕਿ ਦੂਜਾ ਦੇਸ਼ ਮੇਰੇ ਨਾਲ ਹੈ, ਅਸੀਂ ਕਿਸੇ ਨਾਲ ਵੀ ਯੁੱਧ ਲੜ ਸਕਦੇ ਹਾਂ। ਸੋ ਗੁਪਤ ਸੰਧੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਅਸੀਂ ਗੁਪਤ ਸੰਧੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਜੋ ਦੁਸ਼ਮਣ ਸੀ ਗੁਪਤ ਸੰਧੀਆਂ ਦੇ ਜੋ ਪੁਆਇੰਟ ਆਫ ਵਿਊ ਦੇ ਨਾਲ, ਜਰਮਨੀ ਦਾ ਸਭ ਤੋਂ ਵੱਡਾ ਦੁਸ਼ਮਣ ਸੀ ਉਹ ਫਰਾਂਸ ਸੀ। ਠੀਕ ਹੈ, ਸੋ ਜਰਮਨੀ ਕਿਸੇ ਵੀ ਤਰ੍ਹਾਂ ਨਾਲ ਫਰਾਂਸ ਨੂੰ ਜੋ ਵਾਧਾ ਫੁੱਲਦਾ ਨਹੀਂ ਦੇਖਣਾ ਚਾਹੁੰਦਾ ਸੀ। ਬਿਸਮਾਰਕ ਦਾ ਇਸ ਵਿੱਚ ਵੀ ਮੇਨ ਰੋਲ ਹੈ, ਕਿਉਂਕਿ ਬਿਸਮਾਰਕ ਨੂੰ ਗੁਪਤ ਸੰਧੀਆਂ, ਠੀਕ ਹੈ, ਬਿਸਮਾਰਕ ਹੀ ਸੀ ਜਿਸ ਨੂੰ ਗੁਪਤ ਸੰਧੀਆਂ ਦਾ ਜੋ ਜਨਕ ਕਿਹਾ ਜਾਂਦਾ ਸੀ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ, ਤੇ ਇਸ ਨੇ ਹੀ ਗੁਪਤ ਸੰਧੀਆਂ ਦਾ ਜੋ ਪਲਾਨ ਤਿਆਰ ਕੀਤਾ ਸੀ ਆਪਣਾ, ਤੇ ਕਿਹੜੀਆਂ ਸੰਧੀਆਂ ਕੀਤੀਆਂ, ਇਹ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਜੋ ਨੋਟ ਤੁਸੀਂ ਕਰ ਲੈਣਾ, ਕਿਉਂਕਿ ਬਹੁਤ ਹੀ ਇੰਪੋਰਟੈਂਟ ਵੀ ਇਹਦੇ ਨਾਲ ਇਹ ਵੀ ਜੋ ਹੈ ਪੁੱਛ ਲਿਆ ਜਾਂਦਾ ਹੈ। ਜੇਕਰ ਅਸੀਂ ਆਸਟਰੀਆ ਦੇ ਨਾਲ ਗੱਲ ਕਰੀਏ, ਆਸਟਰੀਆ ਦੇ ਨਾਲ ਜਰਮਨੀ ਨੇ ਕਦੋਂ ਸੰਧੀ ਕੀਤੀ ਹੈ? ਸਭ ਤੋਂ ਪਹਿਲਾਂ ਆਸਟਰੀਆ ਹੰਗਰੀ ਦੇ ਨਾਲ ਸੰਧੀ ਹੋਈ ਹੈ। ਦੋਹਰੀ ਸੰਧੀ ਕਿਹਾ ਜਾਂਦਾ ਹੈ, ਬਾਅਦ ਵਿੱਚ ਦੂਜੇ ਦੇਸ਼ਾਂ ਨਾਲ ਵੀ ਹੁੰਦੀ ਹੈ। ਇਹ ਜੋ ਪਹਿਲੀ ਆਸਟਰੀਆ ਦੇ ਨਾਲ ਸੰਧੀ ਹੈ ਉਹ ਇਹ ਹੋਈ ਹੈ 1879 ਈਸਵੀ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਜਰਮਨੀ ਰੂਸ ਦੇ ਨਾਲ ਸੰਧੀ ਕਰਦਾ ਹੈ। ਰੂਸ ਦੇ ਨਾਲ ਜੋ ਹੈ ਸੰਧੀ ਹੁੰਦੀ ਹੈ 1881 ਤੇ 1887 ਈਸਵੀ ਦੇ ਵਿੱਚ। ਇਹ ਸੰਧੀ ਜਰਮਨੀ ਕਰਦਾ ਹੈ ਰੂਸ ਦੇ ਨਾਲ। ਇਹ ਦੋ ਸੰਧੀਆਂ ਹੁੰਦੀਆਂ ਹਨ। ਠੀਕ ਹੈ, ਪਹਿਲਾਂ 1881 'ਚ ਹੁੰਦੀ ਹੈ, ਦੂਜੀ 1887 ਈਸਵੀ ਦੇ ਵਿੱਚ ਹੁੰਦੀ ਹੈ। ਠੀਕ ਹੈ, ਸੋ ਇਹ ਦੋ ਸੰਧੀਆਂ ਰੂਸ ਜਰਮਨੀ ਦੇ ਨਾਲ ਵਿਚਕਾਰ ਹੁੰਦੀਆਂ ਹਨ। ਉਸ ਤੋਂ ਬਾਅਦ ਜੋ ਇੰਗਲੈਂਡ ਦੇਸ਼ ਹੈ, ਇੰਗਲੈਂਡ ਦੇਸ਼ ਦੇ ਨਾਲ ਜਰਮਨੀ ਮਿੱਤਰਤਾ ਬਣਾਈ ਰੱਖਦਾ ਹੈ। ਠੀਕ ਹੈ, ਉਸ ਤੋਂ ਬਾਅਦ ਇਟਲੀ ਨਾਲ ਵੀ ਇੱਕ ਸੰਧੀ ਹੁੰਦੀ ਹੈ, ਉਹ ਹੁੰਦੀ ਹੈ 1882 ਈਸਵੀ ਦੇ ਵਿੱਚ, ਜਿਸ ਦੇ ਵਿੱਚ ਜੋ ਜਰਮਨੀ ਹੈ ਉਹ ਇਟਲੀ ਦੇ ਨਾਲ ਸੰਧੀ ਕਰ ਲੈਂਦਾ ਹੈ। ਪਰ ਫਰਾਂਸ ਨਾਲ ਜਰਮਨੀ ਦੀ ਕੋਈ ਵੀ ਸੰਧੀ ਨਹੀਂ ਹੁੰਦੀ, ਫਰਾਂਸ ਨੂੰ ਜਰਮਨੀ ਦਬਾਉਣਾ ਚਾਹੁੰਦਾ ਹੈ। ਠੀਕ ਹੈ, ਉਸ ਤੋਂ ਬਾਅਦ ਟ੍ਰਿਪਲ ਅਲਾਇੰਸ ਸਾਹਮਣੇ ਆਉਂਦਾ ਹੈ, ਤ੍ਰਿਗੁੱਟ ਬਣਦਾ ਹੈ, ਜਿਸ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਤੇ ਜੋ ਕਿਹੜੇ ਦੇਸ਼ ਸ਼ਾਮਿਲ ਹੁੰਦੇ ਹਨ। ਤਾਂ ਤ੍ਰਿਗੁੱਟ ਦੇ ਵਿੱਚ ਜਰਮਨੀ ਹੁੰਦਾ ਹੈ, ਫਿਰ ਰੂਸ ਹੁੰਦਾ ਹੈ, ਆਸਟਰੀਆ ਹੰਗਰੀ। ਇਸ ਦੇ ਨਾਲ ਜਰਮਨੀ ਦੇ ਨਾਲ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ, ਜਿੱਥੇ ਜਰਮਨੀ ਹੈ ਉੱਥੇ ਆਸਟਰੀਆ ਹੰਗਰੀ ਤਾਂ ਹੈ ਹੀ। ਠੀਕ ਹੈ, ਜਰਮਨੀ, ਆਸਟਰੀਆ ਹੰਗਰੀ ਤੇ ਰੂਸ। ਹੁਣ ਜਿਹੜਾ ਰੂਸ ਹੈ ਉਹ ਤ੍ਰਿਗੁੱਟ ਵਿੱਚ ਟ੍ਰਿਪਲ ਅਲਾਇੰਸ ਦੇ ਵਿੱਚ ਸ਼ਾਮਿਲ ਹੁੰਦਾ ਹੈ, ਪਰ ਬਾਅਦ ਵਿੱਚ ਇਹ ਜੋ ਹੈ ਟ੍ਰਿਪਲ ਅਲਾਇੰਸ ਇਸ ਤ੍ਰਿਗੁੱਟ ਦੇ ਵਿੱਚੋਂ ਨਿਕਲ ਜਾਂਦਾ ਹੈ, ਤੇ ਐਂਟਰੀ ਇੱਥੇ ਕਿਸ ਦੀ ਹੁੰਦੀ ਹੈ? ਰੂਸ ਦੀ ਜਗ੍ਹਾ ਤੇ ਫਿਰ ਇਟਲੀ ਦੀ। ਇਟਲੀ ਇੱਥੇ ਤ੍ਰਿਗੁੱਟ ਦੇ ਵਿੱਚ ਐਂਟਰੀ ਕਰਦਾ ਹੈ ਤੇ ਰੂਸ ਇਸ ਦੇ ਵਿੱਚੋਂ ਜੋ ਕੀ ਹੋ ਜਾਂਦਾ ਹੈ? ਬਾਹਰ ਹੋ ਜਾਂਦਾ ਹੈ। ਸੋ ਇਹ ਤੁਸੀਂ ਯਾਦ ਰੱਖਣਾ ਹੈ। ਟ੍ਰਿਪਲ ਅਲਾਇੰਸ ਦੇ ਵਿੱਚ ਤ੍ਰਿਗੁੱਟ ਕਿਹਨਾਂ ਦੇਸ਼ਾਂ ਦਾ ਸਮੂਹ ਬਣਦਾ ਹੈ? 3 ਦੇਸ਼ਾਂ ਦਾ ਸਮੂਹ ਇਸ ਦੇ ਵਿੱਚ ਕਿਹਾ ਜਾਂਦਾ ਹੈ ਤ੍ਰਿਗੁੱਟ ਨੂੰ। ਸਭ ਤੋਂ ਪਹਿਲਾਂ ਜਰਮਨੀ, ਆਸਟਰੀਆ ਹੰਗਰੀ ਤੇ ਰੂਸ ਹੁੰਦਾ ਹੈ, ਬਾਅਦ ਵਿੱਚ ਰੂਸ ਇਸ ਦੇ ਵਿੱਚੋਂ ਨਿਕਲ ਜਾਂਦਾ ਹੈ ਤੇ ਇਟਲੀ ਇਸ ਵਿੱਚ ਸ਼ਾਮਿਲ ਹੋ ਜਾਂਦਾ ਹੈ। ਇਹ ਵੀ ਜੋ ਹੈ ਜੋ ਗੁੱਟ ਬਣਨੇ, ਜੋ ਸੰਧੀਆਂ ਹੋਣੀਆਂ, ਇਹ ਵੀ ਜੋ ਪਹਿਲੇ ਵਿਸ਼ਵ ਯੁੱਧ ਦਾ ਮੇਨ ਰੀਜ਼ਨ ਬਣਦਾ ਹੈ। ਨੈਕਸਟ ਇੰਪੋਰਟੈਂਟ ਪੁਆਇੰਟ ਹੈ ਜਰਮਨੀ ਫਰਾਂਸ ਦੀ ਦੁਸ਼ਮਣੀ। ਹੁਣ ਜਰਮਨੀ ਫਰਾਂਸ ਜੋ ਹੈ ਇਹ ਆਪਸ ਦੇ ਵਿੱਚ ਇੱਕ ਦੁਸ਼ਮਣ ਇਸ ਤਰ੍ਹਾਂ ਦੇ ਹੁੰਦੇ ਹਨ, ਜਿਸ ਦੇ ਕਾਰਨ ਵੀ ਜੋ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਇਹਨਾਂ ਦਾ ਯੁੱਧ ਨੂੰ ਅੱਗੇ ਵਧਾਉਣ ਦੇ ਵਿੱਚ ਜੋ ਹੈ ਮੇਨ ਰੋਲ ਰਹਿੰਦਾ ਹੈ। ਠੀਕ ਹੈ, ਸੋ ਇੱਕ ਜਗ੍ਹਾ ਹੈ, ਤੁਸੀਂ ਨੋਟ ਕਰ ਲੈਣਾ, ਅਲਸੇਸੇ ਲੌਰੇਨ। ਅਲਸੇਸੇ ਲੌਰੇਨ ਜਗ੍ਹਾ ਹੈ, ਉਹ ਕਿੱਥੇ ਹੈ ਜਗ੍ਹਾ? ਜੇਕਰ ਅਸੀਂ ਗੱਲ ਕਰੀਏ ਅਲਸੇਸੇ ਲੌਰੇਨ ਦੀ ਜੋ ਜਗ੍ਹਾ ਹੈ ਉਹ ਹੈ ਫਰਾਂਸ ਦੇ ਵਿੱਚ। ਫਰਾਂਸ ਦੇ ਵਿੱਚ ਜਗ੍ਹਾ ਹੈ। ਜਰਮਨੀ ਨੇ ਕੀ ਕੀਤਾ? ਜਰਮਨੀ ਨੇ ਇੱਥੇ ਹਮਲਾ ਕਰ ਦਿੱਤਾ ਹੈ ਅਲਸੇਸੇ ਲੌਰੇਨ ਦੀ ਜਗ੍ਹਾ ਦੇ ਉੱਤੇ,
ਤੇ ਉਸਨੇ ਜਰਮਨੀ ਨੇ ਜਦ ਆਪਣਾ ਕਬਜ਼ਾ ਕਰ ਲਿੱਤਾ ਤਾਂ ਫਰਾਂਸ ਨੂੰ ਬਹੁਤ ਹੀ ਜ਼ਿਆਦਾ ਜੋ ਸੱਟ ਪਹੁੰਚਦੀ ਹੈ ਕਿ ਇਸਨੇ ਕਬਜ਼ਾ ਕਰ ਲਿਆ, ਤੇ ਇਹ ਦੁਸ਼ਮਣੀ ਵੱਧਦੀ ਫਿਰ ਜੋ ਹੈ ਆਪਣੇ ਪ੍ਰਭਾਵਾਂ ਨੂੰ ਵਧਾਉਣ ਦੇ ਵਿੱਚ ਇੱਕ ਦੂਜੇ ਨੂੰ ਪਿੱਛੇ ਛੱਡਣ ਦੇ ਲਈ ਬਹੁਤ ਹੀ ਜ਼ਿਆਦਾ ਇਹਨਾਂ ਦੀ ਦੌੜ ਜੋ ਹੈ ਉਹ ਹੋਰ ਵੀ ਤੇਜ਼ ਹੋ ਜਾਂਦੀ ਹੈ, ਜੋ ਕਿ ਇਹ ਦੁਸ਼ਮਣੀ ਜੋ ਹੈ ਇੱਕ ਦੂਜੇ ਦੇ ਜੋ ਕਬਜ਼ੇ ਕਰਨੇ ਜਗ੍ਹਾ ਦੇ ਉੱਤੇ, ਇਹ ਇੱਕ ਮੇਨ ਰੀਜ਼ਨ ਬਣ ਜਾਂਦਾ ਹੈ, ਦੁਸ਼ਮਣੀ ਰੀਜ਼ਨ ਬਣ ਜਾਂਦਾ ਹੈ ਪਹਿਲੇ ਵਿਸ਼ਵ ਯੁੱਧ ਦਾ। ਸੋ ਜੋ ਫਰਾਂਸ ਦੇ ਵਿਰੁੱਧ ਜੋ ਕੀਤੀ ਹੈ ਇਹਨਾਂ ਨੇ ਜੋ ਘੋਸ਼ਣਾ ਕੀਤੀ ਹੈ ਯੁੱਧ ਦੀ, ਜਰਮਨੀ ਨੇ ਉਹ ਕੀਤੀ ਹੈ 3 ਅਗਸਤ ਨੂੰ, ਠੀਕ ਹੈ। ਸੋ ਇਸ ਨੂੰ ਵੀ ਅਸੀਂ ਬਹੁਤ ਹੀ ਇੱਕ ਵਧੀਆ ਪੁਆਇੰਟ ਆਫ ਵਿਊ ਦੇ ਨਾਲ ਸਮਝਾਂਗੇ ਕਿਵੇਂ ਫਰਾਂਸ ਜੋ ਹੈ ਉਹ ਇੱਕ ਤਰ੍ਹਾਂ ਦੇ ਨਾਲ ਜਰਮਨੀ ਦੇ ਰਸਤੇ ਦੇ ਵਿੱਚ ਇੱਕ ਦੁਸ਼ਮਣ ਵਜੋਂ ਆ ਕੇ ਖੜਾ ਹੋ ਜਾਂਦਾ ਹੈ। ਇਹ ਵੀ ਇੱਕ ਬਹੁਤ ਹੀ ਜੋ ਇੰਪੋਰਟੈਂਟ ਸਟੋਰੀ ਸਮਝਣ ਵਾਲੀ ਹੈ, ਅਸੀਂ ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜੋ ਮੇਨ ਰੀਜ਼ਨ ਨੈਕਸਟ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਸੈਨਿਕਵਾਦ ਨੂੰ ਵਧਾਵਾ ਤੇ ਸ਼ਸਤਰਾਂ ਦਾ ਨਿਰਮਾਣ ਖਰੀਦ ਵਿਕਰੀ ਜ਼ੋਰਾਂ ਤੇ। ਹੁਣ ਕੀ ਹੁੰਦਾ ਹੈ ਜੋ ਉਸ ਸਮੇਂ ਸੈਨਿਕਵਾਦ ਹੁੰਦਾ ਹੈ, ਸੈਨਿਕਵਾਦ ਭਾਵ ਕੋਈ ਵੀ ਆਮ ਵਿਅਕਤੀ ਜੋ ਹੈ ਨਾ ਉਸਨੂੰ ਸੈਨਾ ਦੀ ਟ੍ਰੇਨਿੰਗ ਇੰਪੋਰਟੈਂਟ ਕਰ ਦਿੱਤੀ ਜਾਂਦੀ ਹੈ, ਕਿਉਂਕਿ ਇਹ ਇਸ ਤਰ੍ਹਾਂ ਦਾ ਟਾਈਮ ਸੀ ਜਿਸ ਦੇ ਵਿੱਚ ਮੇਨ ਜੋ ਨੈਸ਼ਨਲ ਇਨਕਮ ਸੀ ਉਸਦਾ 80% ਜੋ ਹੈ 80% ਤੁਸੀਂ ਲਾ ਸਕਦੇ ਹੋ। ਜੇਕਰ ਆਮਦਨ 100 ਹੈ, 100 ਦੇ ਵਿੱਚ ਦੇਸ਼ ਚਲਾਉਣਾ ਹੈ ਤਾਂ ਉਸਦੇ ਵਿੱਚੋਂ 85 ਰੁਪਏ ਤਾਂ ਸੈਨਿਕ 'ਤੇ ਜੋ ਹਨ ਉਹ ਖਰਚਾ ਆ ਜਾਂਦਾ ਹੈ, ਅਤੇ 15 ਰੁਪਏ ਦੇ ਨਾਲ ਜੋ ਹੈ ਉਹ ਦੇਸ਼ ਚਲਾਇਆ ਜਾਂਦਾ ਹੈ। ਸੋ ਇਹ ਉਹ ਸਮਾਂ ਸੀ ਜਦੋਂ ਅਸਤਰ ਸ਼ਸਤਰ ਦੀ ਵਿਕਰੀ ਖਰੀਦ ਇੰਨੀ ਜ਼ੋਰਾਂ 'ਤੇ ਸੀ। ਸਾਰੇ ਸੈਨਿਕ ਜੋ ਹਨ ਉਹ ਇਸ ਟ੍ਰੇਨਿੰਗ ਵਿਵਸਥਾ ਦੇ ਵਿੱਚ ਜੋ ਸੈਨਿਕਵਾਦ ਦੇ ਵਿੱਚ ਭਰਤੀ ਹੋ ਜਾਂਦੇ ਹਨ, ਠੀਕ ਹੈ। ਅਤੇ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਜੋ ਮੇਨ ਇਹਨਾਂ ਲੋਕਾਂ ਦਾ ਆਮ ਲੋਕਾਂ ਦਾ ਸੈਨਾ ਵਿੱਚ ਭਰਤੀ ਹੋਣਾ, ਇਸ ਦਾ ਇੱਕ ਨਾ ਇੱਕ ਆਊਟਪੁੱਟ ਤਾਂ ਕਿਸੇ ਦਿਨ ਲੈਣ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਇਹ ਬਹੁਤ ਹੀ ਇੰਪੋਰਟੈਂਟ ਵੇ ਦੇ ਨਾਲ ਪਹਿਲੇ ਵਿਸ਼ਵ ਯੁੱਧ ਨੂੰ ਵਧਾਵਾ ਦੇ ਦਿੰਦਾ ਹੈ, ਕਿਉਂਕਿ ਸਾਰੇ ਲੋਕਾਂ ਦੇ ਕੋਲ ਹਥਿਆਰ ਆ ਜਾਂਦੇ ਹਨ, ਸਾਰੇ ਲੋਕ ਟ੍ਰੇਨਡ ਹੋ ਜਾਂਦੇ ਹਨ ਲੜਨ ਦੇ ਲਈ। ਸੋ ਇਹ ਵੀ ਜੋ ਹੈ ਮੇਨ ਇੰਪੋਰਟੈਂਟ ਰੀਜ਼ਨ ਬਣਦਾ ਹੈ ਉਸ ਸਮੇਂ ਜੋ ਪਹਿਲਾ ਵਿਸ਼ਵ ਯੁੱਧ ਹੁੰਦਾ ਹੈ। ਸੋ ਕਿਹਾ ਜਾਂਦਾ ਹੈ ਕਿ ਇਹ ਉਹ ਸਮਾਂ ਸੀ ਜਦੋਂ ਪੂਰਾ ਯੂਰਪ ਹੀ ਜੋ ਸੀ ਉਹ ਬੰਬ ਗੋਲਿਆਂ ਦੇ ਉੱਤੇ ਬੈਠ ਜਾਂਦਾ ਹੈ, ਭਾਵ ਸਭ ਦੇ ਕੋਲ ਜੋ ਹੈ ਇੱਕ ਪਰਮਾਣੂ ਹਥਿਆਰ, ਪਰਮਾਣੂ ਬੰਬ, ਇਹ ਸਾਰੀ ਜੋ ਸੈਨਾ ਨੂੰ ਜੋ ਅੱਗੇ ਜੋ ਕਰਨ ਦੇ ਵਿੱਚ, ਲੜਨ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਇਸ ਦੇ ਵਿੱਚ ਸਾਰੇ ਯੂਰਪ ਦੇ ਵਿੱਚ ਇਹ ਫੈਲ ਜਾਂਦੀਆਂ ਹਨ, ਠੀਕ ਹੈ। ਸੋ ਇੱਕ ਮੇਨ ਇੰਪੋਰਟੈਂਟ ਰੀਜ਼ਨ ਹੋਰ ਵੀ ਸੀ ਕਿ ਸਾਮਰਾਜਵਾਦੀ ਵਿਚਾਰਧਾਰਾ ਇੱਥੇ ਇਹੀ ਸੀ ਮੇਨ ਇੰਪੋਰਟੈਂਟ ਕਿ ਉਦਯੋਗਿਕ ਪੱਖੋਂ ਇਹ ਸਾਮਰਾਜਵਾਦ ਸਾਰੇ ਹੀ ਫੈਲਾ ਰਹੇ ਸਨ, ਸਾਰੇ ਹੀ ਆਪਣਾ ਅਧਿਕਾਰ ਉਦਯੋਗਿਕ ਪੱਖੋਂ ਚਾਹੁੰਦੇ ਸਨ। ਸੋ ਜਦੋਂ ਉਦਯੋਗਿਕ ਪੱਖੋਂ ਕੋਈ ਵੀ ਅਧਿਕਾਰ ਜਮਾਉਣਾ ਚਾਹੁੰਦਾ ਹੈ, ਉਦਯੋਗਿਕ ਪੱਖੋਂ ਉਦਯੋਗਾਂ ਦਾ ਵਿਸਥਾਰ ਕਰਨਾ ਚਾਹੁੰਦਾ ਹੈ, ਤਾਂ ਦੋ ਚੀਜ਼ਾਂ ਸਭ ਨੂੰ ਜੋ ਹੈ ਮੇਨ ਇੰਪੋਰਟੈਂਟ ਲੱਗਦੀਆਂ ਸਨ। ਇੱਕ ਤਾਂ ਜੋ ਉਦਯੋਗਿਕ ਵਿਕਾਸ ਦੇ ਲਈ ਕੱਚਾ ਮਾਲ ਜੋ ਸੀ ਇੰਪੋਰਟੈਂਟ ਸੀ, ਠੀਕ ਹੈ, ਕੱਚਾ ਮਾਲ ਇੰਪੋਰਟੈਂਟ ਸੀ, ਅਤੇ ਦੂਜਾ ਜੋ ਕੱਚਾ ਮਾਲ ਤਿਆਰ ਹੋ ਰਿਹਾ ਹੈ, ਜੋ ਉਤਪਾਦਿਤ ਸਮੱਗਰੀ ਹੈ, ਜੋ ਉਸ ਨੂੰ ਵੇਚਣ ਦੇ ਲਈ ਬਾਜ਼ਾਰ, ਠੀਕ ਹੈ, ਬਾਜ਼ਾਰ ਇੰਪੋਰਟੈਂਟ ਸਨ। ਸੋ ਇਹੀ ਕਾਰਨ ਰਿਹਾ ਹੈ ਕਿ ਜਦੋਂ ਜੋ ਸਾਡਾ ਜੋ ਅੰਗਰੇਜ਼ ਆਏ ਹਨ, ਉਹਨਾਂ ਨੇ ਵੀ ਜੋ ਹੈ ਸਿਰਫ ਏਸ਼ੀਆ ਦੇ ਵਿੱਚ ਜੋ ਹੈ ਮੇਨ ਇੰਪੋਰਟੈਂਟ ਵੇ ਦੇ ਨਾਲ ਆਪਣਾ ਦਬਦਬਾ ਬਣਾਉਣਾ ਚਾਹਿਆ, ਆਪਣਾ ਵਪਾਰ ਜੋ ਹੈ ਵਪਾਰਕ ਪੱਖੋਂ ਸਾਰੇ ਆਏ ਸਨ, ਠੀਕ ਹੈ। ਸੋ ਇਹ ਸਾਮਰਾਜਵਾਦੀ ਵਿਚਾਰਧਾਰਾ ਕਿਤੇ ਨਾ ਕਿਤੇ ਉਦਯੋਗਿਕ ਜੋ ਵਿਕਾਸ ਦੇ ਨਾਲ ਉਦਯੋਗਾਂ ਦੇ ਨਾਲ ਚੱਲੀ ਸੀ, ਠੀਕ ਹੈ। ਸੋ ਇਹਨਾਂ ਦਾ ਵਿਸਥਾਰ ਕਰਨ ਦੇ ਲਈ ਲੋਕਾਂ ਨੇ ਕੱਚਾ ਮਾਲ, ਰॉ ਮਟੀਰੀਅਲ ਕਿੱਥੋਂ ਮਿਲ ਸਕਦਾ ਹੈ, ਇਹ ਦੇਸ਼ਾਂ ਨੇ ਸਭ ਤੋਂ ਪਹਿਲਾਂ ਮੇਨ ਜੋ ਹੈ ਫੈਕਟ ਦੇਖਿਆ, ਅਤੇ ਮੇਨ ਦੇਖਿਆ ਕਿ ਇਸ ਦਾ ਅਸੀਂ ਬਾਜ਼ਾਰ ਕਿੱਥੇ ਲਗਾ ਸਕਦੇ ਹਾਂ, ਉਤਪਾਦਿਤ ਸਮੱਗਰੀ ਵੇਚ ਕਿੱਥੇ ਸਕਦੇ ਹਾਂ, ਠੀਕ ਹੈ। ਸੋ ਇਹ ਜੋ ਦੇਸ਼ ਹੋਏ, ਕਾਫੀ ਪੁਰਤਗਾਲੀ ਆਏ, ਡੱਚ ਆਏ, ਇੰਗਲੈਂਡ ਆਏ, ਡੈਨਿਸ਼, ਫਰਾਂਸਿਸ, ਇਹ ਸਾਰੇ ਜੋ ਹਨ ਇਹਨਾਂ ਨੇ ਕਿਤੇ ਨਾ ਕਿਤੇ ਆਪਣੇ ਉਦਯੋਗਾਂ ਨੂੰ ਵਧਾਵਾ ਦੇਣਾ ਸੀ, ਆਪਣਾ ਵਪਾਰਿਕ ਪੱਖੋਂ ਜੋ ਹੈ ਆਪਣਾ ਫਾਇਦਾ ਦੇਖਣਾ ਸੀ। ਸੋ ਸਾਰੇ ਦੇਸ਼ਾਂ 'ਤੇ ਕਿਤੇ ਨਾ ਕਿਤੇ ਆਪਣਾ ਜੋ ਬਾਜ਼ਾਰ ਸੀ, ਕਿਤੇ ਕਿਸੇ ਨੂੰ ਖਾਲੀ ਥਾਂ ਨਹੀਂ ਮਿਲਦੀ ਸੀ ਕਿ ਆਪਣਾ ਜੋ ਹੈ ਉਦਯੋਗ ਵਧਾ ਸਕਣ। ਪਰ ਉਸ ਸਮੇਂ ਦੋ ਦੇਸ਼ ਜੋ ਸਨ, ਦੋ ਜੋ ਮੇਨ ਉਹ ਖਾਲੀ ਮਿਲਦੇ ਸਨ, ਇੱਕ ਸੀ ਏਸ਼ੀਆ, ਫਸਟ ਸੀ ਏਸ਼ੀਆ ਅਤੇ ਦੂਜਾ ਸੀ ਅਫਰੀਕਾ। ਅਤੇ ਮੇਨ ਇੰਪੋਰਟੈਂਟ ਫੈਕਟ ਤੁਸੀਂ ਨੋਟ ਕਰ ਲੈਣਾ ਹੈ, ਜੋ ਅਫਰੀਕਾ ਹੈ ਉਸ ਨੂੰ ਅੰਧ ਮਹਾਦੀਪ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ
ਜੋ ਸੀ ਵਿਕਾਸ ਨਹੀਂ ਸੀ, ਹਰ ਚੀਜ਼ ਇੱਥੇ ਘੱਟ ਸੀ। ਅਤੇ ਲੋਕ ਜੋ ਸਨ ਏਸ਼ੀਆ ਅਫਰੀਕਾ ਦੇ ਜੋ ਲੋਕ ਸਨ ਉਸ ਸਮੇਂ ਗਰੀਬੀ ਭੁੱਖਮਰੀ ਸੀ ਇਹਨਾਂ ਦੇ ਵਿੱਚ। ਇਹ ਦੋ ਜਗ੍ਹਾ ਸਨ ਜਿੱਥੇ ਕਿ ਜੋ ਸਨ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇਸ਼ਾਂ ਨੂੰ ਉਪਨਿਵੇਸ਼ ਬਣਾ ਕੇ ਹਰ ਦੇਸ਼ ਆਪਣਾ ਵਿਕਾਸ ਉਦਯੋਗਾਂ ਦੇ ਵਿੱਚ ਉਦਯੋਗਿਕ ਜੋ ਰਸਤੇ ਦੇ ਵਿੱਚ ਜੋ ਹੈ ਫੀਲਡ ਦੇ ਵਿੱਚ ਕਰ ਸਕਦਾ ਸੀ। ਠੀਕ ਹੈ। ਸੋ ਜਰਮਨੀ ਇਟਲੀ ਨੇ ਸੋਚਿਆ ਅਸੀਂ ਕਿੱਥੇ ਆਪਣੀ ਸ਼ਕਤੀ ਦਾ ਇਸਤੇਮਾਲ ਕਰਾਂਗੇ। ਠੀਕ ਹੈ। ਬਾਜ਼ਾਰ ਬਣਾ ਲਵਾਂਗੇ, ਬਹੁਤ ਹੀ ਜ਼ਿਆਦਾ ਪਲੈਨਿੰਗ ਚੱਲ ਰਹੀ ਹੈ, ਕਬਜ਼ਾ ਕਰ ਲਵਾਂਗੇ। ਅਤੇ ਪਰ ਜੋ ਜਰਮਨੀ ਹੈ ਉਸਨੇ ਕੀ ਕੀਤਾ, ਸਾਰਿਆਂ ਨੇ ਹੀ ਇੱਕ ਨਵੀਂ ਨੀਤੀ ਅਪਣਾਈ ਕਿ ਉਪਨਿਵੇਸ਼ ਜਿੱਥੇ ਜਿੱਥੇ ਆਉਣ ਉਹਨਾਂ ਨੂੰ ਅਸੀਂ ਖੋਹ ਲਈਏ, ਆਪਣਾ ਕਬਜ਼ਾ ਜਮਾ ਲਈਏ। ਸੋ ਜੋ ਜਰਮਨੀ ਸੀ ਉਹ ਤਾਂ ਆਪਣੇ ਪਾਵਰ ਦਿਖਾ ਰਿਹਾ ਸੀ। ਜਰਮਨੀ ਬਹੁਤ ਹੀ ਜ਼ਿਆਦਾ ਪਾਵਰਫੁਲ ਦੇਸ਼ ਸੀ, ਇਸ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ। ਜਰਮਨੀ ਦੇ ਕੋਲ ਜਲ ਜੋ ਥਲ ਸੈਨਾ, ਨੌ ਸੈਨਾ, ਇਹ ਸਾਰਾ ਹੀ ਬਹੁਤ ਜ਼ਿਆਦਾ ਵਿਸਥਾਰ ਸੀ। ਦੁਨੀਆ ਦਾ ਸਭ ਤੋਂ ਵੱਡਾ ਜਹਾਜ਼ ਜੇਕਰ ਦੇਖਿਆ ਜਾਵੇ ਉਸਦਾ ਨਾਮ ਕੀ ਸੀ ਤਾਂ ਐਂਪਰੇਟਰ ਜਹਾਜ਼ ਸੀ, ਜੋ ਕਿ ਜਰਮਨੀ ਦਾ ਜਹਾਜ਼ ਸੀ ਸਭ ਤੋਂ ਵੱਡਾ। ਇੰਗਲੈਂਡ ਨੇ ਕੀ ਕੀਤਾ, ਇੰਗਲੈਂਡ ਵੀ ਸਭ ਤੋਂ ਪਹਿਲਾਂ ਜੋ ਹੈ ਇਸੇ ਤਰ੍ਹਾਂ ਜੋ ਹੈ ਵਪਾਰਿਕ ਪੱਖੋਂ ਆਪਣਾ ਜੋ ਹੈ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਪਰ ਜਰਮਨੀ ਦੇ ਕੋਲ ਬਹੁਤ ਜ਼ਿਆਦਾ ਉਸ ਸਮੇਂ ਇਸ ਤਰ੍ਹਾਂ ਜਲ ਸੈਨਾ, ਨੌ ਸੈਨਾ, ਸਭ ਕੁਛ ਦਾ ਵਿਸਥਾਰ ਬਹੁਤ ਜ਼ਿਆਦਾ ਸੀ। ਅਤੇ ਉਸਨੇ ਕੀ ਕੀਤਾ, ਇਹ ਐਂਪਰੇਟਰ ਜਹਾਜ਼ ਜੋ ਸੀ ਉਸਨੇ ਸਾਰੀ ਐਡਵਾਂਸਡ ਟੈਕਨੋਲੋਜੀ ਦਾ ਜੋ ਹੈ ਟੋਪ ਟੈਕਨੋਲੋਜੀ ਦਾ ਯੂਜ਼ ਕਰਦੇ ਹੋਏ ਇੰਗਲੈਂਡ ਵੱਲ ਸਮੁੰਦਰ ਵੱਲ ਜੋ ਹੈ ਇੱਕ ਇਹ ਐਂਪਰੇਟਰ ਜਹਾਜ਼ ਭੇਜਿਆ, ਜੋ ਕਿ ਇੰਗਲੈਂਡ ਤੋਂ ਹੋ ਕੇ ਅਫਰੀਕਾ ਜਾਣਾ ਸੀ। ਠੀਕ ਹੈ। ਇਹ ਸਾਰੇ ਹੀ ਸਮੁੰਦਰੀ ਮਾਰਗਾਂ 'ਤੇ ਕੀ ਫਿਰ ਕਰਨਾ ਚਾਹੁੰਦਾ ਸੀ, ਜਰਮਨੀ ਕੀ ਕਰਨਾ ਚਾਹੁੰਦਾ ਸੀ, ਆਪਣੀ ਜੋ ਹੈ ਇਸ ਦੇ ਉੱਤੇ ਆਪਣੀ ਹੀ ਜੋ ਮੇਨ ਅਧਿਕਾਰ ਜਮਾਉਣਾ ਚਾਹੁੰਦਾ ਸੀ, ਆਪਣਾ ਹੀ ਰਾਜ ਜੋ ਹੈ ਉਹ ਕਬਜ਼ਾ ਕਰਨਾ ਚਾਹੁੰਦਾ ਸੀ ਇੱਕ ਤਰ੍ਹਾਂ ਦੇ ਨਾਲ। ਠੀਕ ਹੈ। ਸੋ ਇਹ ਸਾਰੇ ਹੀ ਦੇਸ਼ਾਂ ਦੀ ਕਿਤੇ ਨਾ ਕਿਤੇ ਉਪਨਿਵੇਸ਼ਾਂ ਨੂੰ ਖੋਹਣਾ, ਆਪਣੇ ਉਪਨਿਵੇਸ਼ ਸਥਾਪਿਤ ਕਰਨਾ, ਇਹ ਸਾਰੀ ਸਾਮਰਾਜਵਾਦ ਦੀ ਵਿਚਾਰਧਾਰਾ ਸੀ। ਠੀਕ ਹੈ। ਸੋ ਇਹ ਸਾਮਰਾਜਵਾਦੀ ਵਿਚਾਰਧਾਰਾ ਹੀ ਜੋ ਸੀ ਉਹ ਉਦਯੋਗਾਂ ਅਤੇ ਉਦਯੋਗਿਕ ਕ੍ਰਾਂਤੀ 'ਤੇ ਜੋ ਸੀ ਉਸ ਦੇ ਵਿੱਚ ਬਦਲ ਗਈ ਸੀ। ਨੈਕਸਟ ਇੰਪੋਰਟੈਂਟ ਮੇਨ ਰੀਜ਼ਨ ਕੀ ਬਣਿਆ, ਉਗਰ ਰਾਸ਼ਟਰਵਾਦ। ਹੁਣ ਸਾਰਿਆਂ ਦੇ ਅੰਦਰ ਭਾਵਨਾ ਪੈਦਾ ਹੋ ਗਈ, ਸਾਰੇ ਜੋ ਸੀ ਆਪਣੇ ਦੇਸ਼ ਦਾ ਏਕੀਕਰਨ ਚਾਹੁੰਦੇ ਸਨ। ਠੀਕ ਹੈ। ਆਪਣੇ ਆਪਣੇ ਸਾਰੇ ਦੇਸ਼ਾਂ ਦਾ ਜੋ ਹੈ ਏਕੀਕਰਨ ਉਹਨਾਂ ਵਿੱਚ ਭਾਵਨਾ ਸ਼ੁਰੂ ਹੋ ਗਈ ਸੀ। ਇੱਕ ਉਸ ਸਮੇਂ ਜੋ ਸੀ ਇਹ ਵੀ ਸੀ ਕਿ ਉਸ ਸਮੇਂ ਅੰਤਰਰਾਸ਼ਟਰੀ ਸੰਸਥਾ ਕੋਈ ਨਹੀਂ ਸੀ। ਠੀਕ ਹੈ। ਸੋ ਉਗਰ ਰਾਸ਼ਟਰਵਾਦ ਦੇ ਜੋ ਮੇਨ ਇੰਪੋਰਟੈਂਟ ਕੀ ਫੈਕਟ ਨਿਕਲਦਾ ਹੈ ਕਿ ਸਾਰਿਆਂ ਨੇ ਪਰਮਾਣੂ ਬੰਬ ਬਣਾਉਣੇ ਸ਼ੁਰੂ ਕਰ ਦਿੱਤੇ, ਸਾਰਿਆਂ ਨੇ ਆਪਣੀ ਆਪਣੀ ਮਨਮਾਨੀ ਕਰਨੀ ਸ਼ੁਰੂ ਕਰ ਦਿੱਤੀ, ਮਿਸਾਈਲ ਬਣਨੀਆਂ ਸ਼ੁਰੂ ਹੋ ਗਈਆਂ। ਕੋਈ ਕਿਸੇ ਵੀ ਯੂਰਪੀ ਦੇਸ਼ ਨੂੰ ਕੋਈ ਰੋਕ ਟੋਕ ਨਹੀਂ ਸੀ, ਕੋਈ ਅੰਤਰਰਾਸ਼ਟਰੀ ਸੰਸਥਾ ਨਹੀਂ ਸੀ। ਠੀਕ ਹੈ। ਕੋਈ ਕੌਂਸਲ ਨਹੀਂ ਬਣੀ ਸੀ ਜੋ ਇਹਨਾਂ ਨੂੰ ਕੰਟਰੋਲ ਕਰ ਸਕੇ ਦੇਸ਼ਾਂ ਨੂੰ। ਜਿਵੇਂ ਹੁਣ ਅਸੀਂ ਕੋਈ ਵੀ ਜੋ ਯੁੱਧ ਹੁੰਦਾ ਹੈ ਤਾਂ ਅੰਤਰਰਾਸ਼ਟਰੀ ਲੈਵਲ 'ਤੇ ਹਰ ਕੋਈ ਨਾ ਕੋਈ ਮਸਲੇ ਹੱਲ ਕਰਨ ਦੇ ਲਈ ਕੋਈ ਨਾ ਕੋਈ ਕੌਂਸਲ ਹੁੰਦੀ ਹੈ ਸਾਡੇ। ਠੀਕ ਹੈ। ਪਰ ਉਸ ਸਮੇਂ ਇਸ ਤਰ੍ਹਾਂ ਦਾ ਕੁਛ ਨਹੀਂ ਸੀ। ਸੋ ਉਗਰ ਰਾਸ਼ਟਰਵਾਦ ਨੇ ਆਪਣਾ ਰੂਪ ਜੋ ਹੈ ਬਹੁਤ ਜ਼ਿਆਦਾ ਜੋ ਧਾਰਨ ਕਰ ਲਿਆ, ਬਹੁਤ ਜ਼ਿਆਦਾ ਜੋ ਲੋਕ ਇਸ ਦਾ ਬਹੁਤ ਪ੍ਰਭਾਵ ਪਿਆ ਪਹਿਲੇ ਵਿਸ਼ਵ ਯੁੱਧ ਦੇ ਵਿੱਚ। ਉਗਰ ਰਾਸ਼ਟਰਵਾਦ ਜੋ ਹੈ ਉਹ ਬਣ ਚੁੱਕਾ ਸੀ ਉਸ ਸਮੇਂ, ਬਿਲਕੁਲ ਉਸ ਦਾ ਜੋ ਰੂਪ ਰੇਖਾ ਤਿਆਰ ਹੋ ਚੁੱਕੀ ਸੀ। ਸੋ ਮੇਨ ਨੈਕਸਟ ਇੰਪੋਰਟੈਂਟ ਰੀਜ਼ਨ ਹੈ ਸਮਾਚਾਰ ਪੱਤਰਾਂ ਦੀ ਭੂਮਿਕਾ। ਮੀਡੀਆ ਹਮੇਸ਼ਾ ਹੀ ਇੰਪੋਰਟੈਂਟ ਰੋਲ ਨਿਭਾਉਂਦਾ ਰਿਹਾ ਹੈ, ਚਾਹੇ ਕੋਈ ਵੀ ਯੁੱਧ ਹੋਵੇ। ਸੋ ਉਸ ਸਮੇਂ ਲੇਖ ਛਪਣੇ ਸ਼ੁਰੂ ਹੋ ਗਏ। ਜਰਮਨੀ ਨੇ ਫਰਾਂਸ ਦੇ ਵਿਰੁੱਧ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਆਪਣੇ ਸਮਾਚਾਰ ਪੱਤਰਾਂ ਦੇ ਵਿੱਚ। ਇਸ ਤਰ੍ਹਾਂ ਬਾਕੀ ਜਿਹੜੇ ਯੂਰਪੀ ਦੇਸ਼ ਸੀ ਉਹਨਾਂ ਨੇ ਇੱਕ ਦੂਜੇ ਦੇ ਪ੍ਰਤੀ ਗਲਤ ਛਪਵਾਉਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਪੜ੍ਹ ਕੇ ਲੋਕਾਂ ਦੀਆਂ ਭਾਵਨਾਵਾਂ ਹੋਰ ਵੀ ਜ਼ਿਆਦਾ ਜੋ ਸਨ ਉਹ ਇੱਕ ਦੂਜੇ ਦੇ ਪ੍ਰਤੀ ਹੋਰ ਵੀ ਜ਼ਿਆਦਾ ਨਫ਼ਰਤ ਨਾਲ ਭਰ ਜਾਂਦੀਆਂ ਸਨ। ਸੋ ਇਹ ਸਾਰੇ ਹੀ ਇੰਪੋਰਟੈਂਟ ਇਫੈਕਟ ਸਾਰੇ ਹੀ ਜੋ ਸਨ ਇਹ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਮੇਨ ਇੰਪੋਰਟੈਂਟ ਰੀਜ਼ਨ ਬਣਦੇ ਹਨ। ਸੋ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਉਪਨਿਵੇਸ਼ਕ ਦੀ ਸਿਧਾਂਤ ਦੇ ਨਾਲ ਜੋ ਗਲਤ ਨੀਤੀ ਕਰਕੇ ਜੋ ਵਿਸ਼ਵ ਯੁੱਧ ਹੋਇਆ ਤਾਂ ਉਸ ਦੇ ਵਿੱਚ ਮੇਨ ਇੰਪੋਰਟੈਂਟ ਨਾਮ ਬਿਸਮਾਰਕ ਦਾ ਹੀ ਸਾਹਮਣੇ ਆਉਂਦਾ ਹੈ। ਠੀਕ ਹੈ। ਸੋ ਜਰਮਨੀ ਸੀ, ਉਸਦੇ ਪ੍ਰਭਾਵ ਨੂੰ ਸਾਰੇ ਦੇਸ਼ ਰੋਕਣਾ ਚਾਹੁੰਦੇ ਸਨ। ਠੀਕ ਹੈ। ਇਸ ਤਰ੍ਹਾਂ ਕਿਤੇ ਨਾ ਕਿਤੇ ਇਹ ਯੁੱਧ ਹੌਲੀ ਹੌਲੀ ਜੋ ਹੈ ਦੂਜੇ ਦੇਸ਼ਾਂ ਦੇ ਸਾਥ ਹੁੰਦਾ ਇਹ ਯੁੱਧ ਜੋ ਹੈ ਇੱਕ ਦੋ ਗੁੱਟਾਂ ਦੇ ਵਿੱਚ ਵੰਡ ਗਿਆ। ਇੱਕ ਪਾਸੇ ਮਿੱਤਰ ਦੇਸ਼ ਆ ਗਏ, ਇੱਕ ਪਾਸੇ ਧੁਰੀ ਦੇਸ਼ ਆ ਗਏ। ਹੁਣ ਅਸੀਂ ਜੇਕਰ ਮੇਨ ਗੱਲ ਕਰੀਏ ਇਸ ਦੇ ਤਤਕਾਲੀਕਰਨ ਦੀ, ਤੇ ਕਿਹੜੇ ਦੋ ਦੇਸ਼ ਸਨ ਜਿਹੜੇ ਇਸ ਤਤਕਾਲੀਕਰਨ ਦੇ ਵਿੱਚ ਜਿਨ੍ਹਾਂ ਦੇ ਨਾਮ ਆਉਂਦੇ ਹਨ, ਤਾਂ ਇੱਕ ਪਾਸੇ ਦੇਸ਼ ਸੀ ਸਰਬੀਆ। ਠੀਕ ਹੈ। ਦੂਜੇ ਪਾਸੇ ਦੇਸ਼ ਸੀ ਆਸਟਰੀਆ ਤੇ ਹੰਗਰੀ। ਆਸਟਰੀਆ ਹੰਗਰੀ ਨੂੰ ਤੁਸੀਂ ਇਕੱਠੇ ਜੋ ਹੈ ਇਸ ਨੂੰ ਇਸ ਤਰ੍ਹਾਂ ਹੀ ਪੜ੍ਹਨਾ ਹੈ। ਜੋ ਸਰਬੀਆ ਦੇਸ਼ ਸੀ ਉਸਦਾ ਜੋ ਸ਼ਾਸਕ ਸੀ ਉਹ ਸੀ ਗੈਬਰੀਅਲ ਪ੍ਰਿੰਸਿਪ, ਤੇ ਦੂਜੇ ਪਾਸੇ ਆਸਟਰੀਆ ਹੰਗਰੀ ਦਾ ਜੋ ਸ਼ਾਸਕ ਸੀ ਉਹ ਸੀ ਫ੍ਰੈਂਚ ਜੋਸੇਫ।
ਜੇਕਰ ਅਸੀਂ ਗੱਲ ਕਰੀਏ ਤਾਂ ਜੋ ਉੱਤਰਾਧਿਕਾਰੀ ਦੀ ਹੱਤਿਆ ਹੋਈ ਹੈ ਰਾਜਕੁਮਾਰ ਦੀ, ਉਸਦਾ ਨਾਂ ਸੀ ਫ੍ਰਾਂਸਿਸ ਫਰਡੀਨੈਂਡ, ਤੇ ਉਸਦੀ ਪਤਨੀ ਦੀ ਹੱਤਿਆ ਹੋਈ ਹੈ ਉਸਦਾ ਵੀ ਨਾਂ ਪੁੱਛਿਆ ਜਾ ਸਕਦਾ ਹੈ। ਤੁਸੀਂ ਯਾਦ ਰੱਖਣਾ ਹੈ ਸੋਫੀ ਚੋਟੇਕ ਉਸਦੀ ਪਤਨੀ ਦਾ ਨਾਮ ਸੀ, ਤੇ ਜੋ ਆਸਟਰੀਆ ਦਾ ਉਸ ਸਮੇਂ ਰਾਜਕੁਮਾਰ ਸੀ, ਆਸਟਰੀਆ ਦਾ ਰਾਜਕੁਮਾਰ, ਉਸਦਾ ਨਾਂ ਸੀ ਫ੍ਰਾਂਸਿਸ ਫਰਡੀਨੈਂਡ। ਹੁਣ ਸਰਬੀਆ ਦਾ ਸ਼ਾਸਕ ਸੀ ਗੈਬਰੀਅਲ ਪ੍ਰਿੰਸਿਪ। ਇਸਨੇ ਕੀ ਕੀਤਾ, ਇਸਨੇ ਆਸਟਰੀਆ ਦੇ ਰਾਜਕੁਮਾਰ ਦਾ ਤੇ ਉਸਦੀ ਪਤਨੀ ਦਾ ਕਤਲ ਕਰਵਾ ਦਿੱਤਾ। ਠੀਕ ਹੈ, ਹੁਣ ਜਦੋਂ ਕਿਸੇ ਦੇਸ਼ ਦੇ ਰਾਜਕੁਮਾਰ ਦਾ ਕਤਲ ਹੋ ਜਾਂਦਾ ਹੈ ਤਾਂ ਉਹ ਚੁੱਪ ਕਰਕੇ ਤਾਂ ਨਹੀਂ ਬੈਠੇਗਾ ਨਾ। ਠੀਕ ਹੈ, ਇਸ ਤਰ੍ਹਾਂ ਜਦੋਂ ਸਰਬੀਆ ਦੇ ਸ਼ਾਸਕ ਨੇ ਆਸਟਰੀਆ ਹੰਗਰੀ ਦੇ ਰਾਜਕੁਮਾਰ ਉੱਤਰਾਧਿਕਾਰੀ ਫਰਡੀਨੈਂਡ, ਫ੍ਰਾਂਸਿਸ ਫਰਡੀਨੈਂਡ ਤੇ ਉਸਦੀ ਪਤਨੀ ਦੀ ਹੱਤਿਆ ਕਰਵਾ ਦਿੱਤੀ। ਕਿੱਥੇ ਕਰਵਾ ਦਿੱਤੀ, ਤਾਂ ਬੋਸਨੀਆ ਦੀ ਰਾਜਧਾਨੀ ਸਾਰਜੀਵਾ ਦੇ ਵਿੱਚ। ਕਦੋਂ ਕਰਵਾ ਦਿੱਤੀ, ਤਾਂ 28 ਜੂਨ 1914 ਈਸਵੀ ਦੇ ਵਿੱਚ। ਜਦੋਂ ਇਹ ਹੱਤਿਆ ਕਰਵਾ ਦਿੱਤੀ ਤੇ ਇਸ ਦੇ ਵਿੱਚ ਤੁਸੀਂ ਇੱਕ ਆਤੰਕਵਾਦੀ ਸੰਗਠਨ ਦਾ ਜੋ ਮੇਨ ਰੋਲ ਸੀਗਾ ਉਹ ਵੀ ਤੁਸੀਂ ਯਾਦ ਰੱਖਣਾ ਹੈ। ਉਸਨੂੰ ਬਲੈਕ ਹੈਂਡ ਜਾਂ ਕਾਲਾ ਹੱਥ ਕਿਹਾ ਜਾਂਦਾ ਹੈ, ਆਤੰਕਵਾਦੀ ਜੋ ਸੰਗਠਨ ਸੀ। ਠੀਕ ਹੈ, ਸਰਬੀਆ ਵੱਲੋਂ। ਤੇ ਇਹ ਜੋ ਹੈ ਕਿਹਾ ਜਾਂਦਾ ਹੈ ਕਿ ਸਰਬੀਆ ਦੇ ਜੋ ਸ਼ਾਸਕ ਸੀ ਗੈਬਰੀਅਲ ਪ੍ਰਿੰਸਿਪ ਨੇ ਹੱਤਿਆ ਕਰਵਾ ਦਿੱਤੀ। ਠੀਕ ਹੈ, ਸੋ ਇਸ ਕਰਕੇ ਆਸਟਰੀਆ ਹੰਗਰੀ ਦੇ ਜੋ ਸ਼ਾਸਕ ਸਨ ਇਹਨਾਂ ਨੇ ਕਿਹਾ ਕਿ ਤੁਹਾਡੇ ਕੋਲ 48 ਘੰਟੇ ਦਾ ਸਮਾਂ ਹੈ, ਕੋਈ ਐਕਸ਼ਨ ਲਓ, ਨਹੀਂ ਤਾਂ ਇਸ ਦਾ ਪਰਿਣਾਮ ਜੋ ਹੈ ਬਹੁਤ ਹੀ ਘਾਤਕ ਹੋਏਗਾ। ਪਰ ਸਰਬੀਆ ਦੇ ਸ਼ਾਸਕ ਨੂੰ ਇਸ 'ਤੇ ਜੋ ਹੈ ਧਮਕੀ ਦੇ ਨਾਲ, ਇਸ ਨੋਟਿਸ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ, ਤੇ ਇਹ ਜੋ ਇੱਕ ਮੇਨ ਯੁੱਧ ਦਾ ਤਤਕਾਲੀ ਕਾਰਨ ਬਣ ਜਾਂਦਾ ਹੈ, ਆਰਕ ਡਿਊਕ ਫਰਡੀਨੈਂਡ ਤੇ ਉਸਦੀ ਪਤਨੀ ਦੀ ਹੱਤਿਆ। ਸੋ ਇਸ ਦੇ ਵਿੱਚੋਂ ਵੀ ਜੋ ਹੈ ਪੇਪਰ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਕਾਫੀ ਕੁਐਸਚਨ ਪੁੱਛੇ ਗਏ ਹਨ। ਕਦੋਂ ਹੱਤਿਆ ਹੋਈ, ਕਿਸ ਦੀ ਹੱਤਿਆ ਹੋਈ, ਕਿਸ ਨੇ ਕੀਤੀ, ਸਮਾਂ ਕਿਹੜਾ ਸੀ, ਸਥਾਨ ਕਿਹੜਾ ਸੀ। ਠੀਕ ਹੈ, ਸਾਰਜੀਵਾ ਰਾਜਧਾਨੀ, ਇਹ ਸਾਰੇ ਹੀ ਇੰਪੋਰਟੈਂਟ ਫੈਕਟ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਪੁੱਛੇ ਜਾ ਸਕਦੇ ਹਨ। ਇੱਕ ਹੋਰ ਇੰਪੋਰਟੈਂਟ ਜੋ ਤੁਸੀਂ ਯਾਦ ਰੱਖਣਾ ਹੈ, ਆਸਟਰੀਆ ਹੰਗਰੀ ਦੇ ਉੱਤੇ ਨਾ ਇੱਕ ਅਧਿਕਾਰ ਵੀ ਸੀ, ਇੱਕ ਜਗ੍ਹਾ ਦੇ ਉੱਤੇ ਇੱਕ ਅੰਦੋਲਨ ਵੀ ਚੱਲਿਆ ਸੀ। ਆਸਟਰੀਆ ਦੇ ਵਿੱਚ ਇੱਕ ਜਾਤੀ ਸੀ ਜਿਸ ਦਾ ਨਾਮ ਕੀ ਸੀ, ਸਲਾਵ ਜਾਤੀ। ਠੀਕ ਹੈ, ਅਸੀਂ ਗੱਲ ਕਰਦੇ ਹਾਂ ਜੇਕਰ ਆਸਟਰੀਆ ਦੇ ਨਾਲ ਜੋ ਹੈ ਬਾਅਦ ਵਿੱਚ ਕਿਸ ਤਰ੍ਹਾਂ ਰੂਸ ਸਾਹਮਣਾ ਕਰਦਾ ਹੈ, ਤਾਂ ਇੱਕ ਸਲਾਵ ਜਾਤੀ ਸੀ ਜੋ ਕਿ ਪ੍ਰਜਾਤੀ ਚਾਹੁੰਦੀ ਸੀ, ਇਸਨੇ ਅੰਦੋਲਨ ਚਲਾਇਆ ਕਿ ਸੀ ਸਾਨੂੰ ਇੱਕ ਅਲੱਗ ਦੇਸ਼ ਬਣਾ ਦਿਓ। ਸਲਾਵ ਜਾਤੀ ਦੀ ਡਿਮਾਂਡ ਸੀ, ਤੇ ਰੂਸ ਨੇ ਕੀ ਕੀਤਾ, ਰੂਸ ਆ ਕੇ ਇਸ ਸਲਾਵ ਜਾਤੀ ਦੇ ਨਾਲ ਜੋ ਹੈ ਉਹ ਰਲ ਜਾਂਦਾ ਹੈ ਕਿ ਰੂਸ ਕੀ ਕਰਦਾ ਹੈ, ਇਸ ਨੂੰ ਫੰਡਿੰਗ ਦੇ ਦਿੰਦਾ ਹੈ। ਠੀਕ ਹੈ, ਫੰਡਿੰਗ ਕਰ ਦਿੰਦਾ ਹੈ ਇਸ ਨੂੰ। ਕਿਸ ਤਰ੍ਹਾਂ ਜੋ ਹੈ ਫੰਡਿੰਗ ਕਰ ਦਿੰਦਾ ਹੈ, ਉਸਨੇ ਇਸ ਨੂੰ ਭੜਕਾਇਆ ਵੀ ਜੋ ਹੈ ਇਸ ਨੂੰ, ਹਾਂ ਸੱਚੀ ਅਖਿਲ ਸਲਾਵ ਜੋ ਅੰਦੋਲਨ ਚੱਲਿਆ ਹੈ ਇਸ ਨੂੰ ਜੋ ਹੈ ਅਲੱਗ ਦੇਸ਼ ਬਣਾ ਦੇਣਾ ਚਾਹੀਦਾ ਹੈ। ਠੀਕ ਹੈ, ਸੋ ਇਸ ਤਰ੍ਹਾਂ ਜੋ ਹੈ ਇਹ ਵੀ ਇੱਕ ਤਰ੍ਹਾਂ ਦੀਆਂ ਵਿੱਚੋਂ ਵਿੱਚ ਦੁਸ਼ਮਣੀ ਜੋ ਹੈ ਪੈਦਾ ਹੁੰਦੀ ਚਲੀ ਗਈ। ਠੀਕ ਹੈ, ਤੇ ਜੋ ਜਰਮਨੀ ਨਹੀਂ ਚਾਹੁੰਦਾ ਸੀ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਜੋ ਹੈ ਰੂਸ ਇਸ ਤਰ੍ਹਾਂ ਚਾਹਵੇ ਵੀ ਹਾਂ ਅਸੀਂ ਕਿਸੇ ਵੀ ਦੇਸ਼ ਨੂੰ ਜੋ ਕੁਝ ਵੀ ਕਰਨਾ ਹੈ ਉਹ ਸਾਡੇ 'ਤੇ ਡਿਪੈਂਡ ਕਰਦਾ ਹੈ। ਠੀਕ ਹੈ, ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਮਨ ਮਿਟਾਵ ਜੋ ਚੱਲ ਪੈਂਦੇ ਹਨ। ਠੀਕ ਹੈ, ਅੰਦੋਲਨ ਚੱਲ ਪੈਂਦਾ ਹੈ, ਤੇ ਇਸ ਦੇ ਨਾਲ ਹੀ ਜੋ ਇੱਕ ਤਤਕਾਲੀ ਕਾਰਨ ਫਿਰ ਬਾਅਦ ਵਿੱਚ ਸਾਹਮਣੇ ਆ ਜਾਂਦਾ ਹੈ ਜਿਸ ਦੇ ਵਿੱਚ ਆਰਕ ਡਿਊਕ ਫਰਡੀਨੈਂਡ ਦੀ ਹੱਤਿਆ ਹੋ ਜਾਂਦੀ ਹੈ। ਸੋ ਇਹ ਸੀ ਮੇਨ ਇੰਪੋਰਟੈਂਟ ਰੀਜ਼ਨ ਅੱਜ ਦੇ ਜੋ ਪਹਿਲੇ ਵਿਸ਼ਵ ਯੁੱਧ ਦੇ ਟੌਪਿਕ ਦੇ। ਸੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਸਾਰੇ ਹੀ ਇੰਪੋਰਟੈਂਟ ਫੈਕਟ ਜੋ ਹੋਣਗੇ ਇਸ ਦੇ ਨਾਲ ਰਿਲੇਟਡ ਜੋ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੁਆਇੰਟ ਆਫ ਵਿਊ ਦੇ ਨਾਲ ਤੁਹਾਨੂੰ ਕੁਐਸਚਨ ਪੁੱਛੇ ਜਾ ਸਕਦੇ ਹਨ, ਸਾਰੇ ਹੀ ਨੈਕਸਟ ਵੀਡੀਓ ਦੇ ਵਿੱਚ ਪਾਰਟ 2 ਦੇ ਵਿੱਚ ਅਸੀਂ ਕਵਰ ਕਰ ਲਵਾਂਗੇ। ਸੋ ਇਹ ਇੱਕ ਓਵਰਵਿਊ ਸੀ ਕਿ ਪਹਿਲਾ ਵਿਸ਼ਵ ਯੁੱਧ ਕਿਉਂ ਹੋਇਆ, ਕਿਹੜੇ ਰੀਜ਼ਨ ਕਰਕੇ ਹੋਇਆ। ਸੋ ਆਈ ਹੋਪ ਤੁਹਾਨੂੰ ਇਸ ਟੌਪਿਕ ਦੀ ਕਾਫੀ ਫੁੱਲ ਨੌਲੇਜ ਮਿਲੀ ਹੋਏਗੀ, ਅੰਡਰਸਟੈਂਡਿੰਗ ਬਣੀ ਹੋਏਗੀ। ਫਰੈਂਡਸ, ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ, ਜੇਕਰ ਨਵੇਂ ਹੋ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਨਾ ਹੈ, ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਤੁਹਾਨੂੰ ਇਸ ਤਰ੍ਹਾਂ ਜੋ ਹੈ ਕਿ ਅੰਡਰਸਟੈਂਡਿੰਗ ਕਿਸ ਤਰ੍ਹਾਂ ਤੁਹਾਡੀ ਬਣਦੀ ਹੈ, ਵੀਡੀਓ ਨੌਲੇਜੇਬਲ ਲੱਗਦੀ ਹੈ। ਸੋ ਤੁਸੀਂ ਆਪਣੇ ਕਮੈਂਟ, ਆਪਣੇ ਵਿਊਜ਼ ਜ਼ਰੂਰ ਸ਼ੇਅਰ ਕਰਨੇ ਹਨ ਕਮੈਂਟ ਬਾਕਸ ਦੇ ਵਿੱਚ। ਸੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਫਰੈਂਡਸ, ਥੈਂਕ ਯੂ।